ਵਾਹਿਗੁਰੂ ਸਤਿਨਾਮ। ਵਾਹਿਗੁਰੂ ਸਾਹਿਬ ਜੀਓ। ਮੁਕਾਮ ਕਰ ਘਰ ਬੈਸਣਾ, ਨਿਤ ਚਲਣੈ ਕੀ ਧੋਖ। ਮੁਕਾਮ ਤਾ ਪਰ ਜਾਣੀਐ, ਜਾ ਰਹੈ ਨਹਿ ਚਲ ਲੋਕ। ਦੁਨੀਆ ਕੈਸ ਮੁਕਾਮੈ, ਕਰ ਸਿਦਕ ਕਰਨੀ ਖਰਚ ਬੰਦਹੁ। ਲਾਗ ਰਹੋ ਨਾਮੇ, ਜਗ ਰਚਨਾ ਸਭ ਝੂਠ ਹੈ। ਜਾਨ ਲਿਹੋ ਰੇ ਮੀਤ, ਕਹਿ ਨਾਨਕ ਥਿਰ ਨਾ ਰਹੈ। ਜਿਉ ਬਾਲੂ ਕੀ ਭੀਤ, ਕਹਿ ਨਾਨਕ ਥਿਰ ਨਾ ਰਹੈ। ਜਿਉ ਬਾਲੂ ਕੀ ਭੀਤ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ, ਕੁੱਲ ਕਾਇਨਾਤ ਦੇ ਰਹਿਬਰ, ਦਇਆ ਦੇ ਖਜ਼ਾਨੇ, ਸੁੱਖਾਂ ਦੇ ਸਾਗਰ, ਪਰਮ ਕਿਰਪਾਲੂ ਪਾਤਸ਼ਾਹ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੱਜ ਕੇ ਧੁਰ ਕੀ ਬਾਣੀ ਦਾ ਰਸ ਭਿੰਨਾ ਕੀਰਤਨ ਸਰਵਣ ਕਰ ਰਹੀ ਸਾਧ ਸੰਗਤ ਜੀ, ਸਤਿਗੁਰਾਂ ਦੀ ਅਪਾਰ ਰਹਿਮਤ ਸਦਕਾ ਹੀ ਪਾਵਨ ਹਜ਼ੂਰੀ ਦੇ ਵਿੱਚ ਜੁੜ ਬੈਠਣ ਦੇ ਕਾਬਲ ਹੋ ਸਕੇ ਹਾਂ। ਆਓ ਸਾਧ ਸੰਗਤ, ਜਿੱਥੇ ਬੜੇ ਪਿਆਰ ਦੇ ਨਾਲ ਕੀਰਤਨ ਦੇ ਵਿੱਚ ਹਾਜ਼ਰੀ ਲਵਾਈ ਹੈ, ਉੱਥੇ ਕੁਝ ਕੁ ਸਮਾਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਪਾਵਨ ਸ਼ਲੋਕ, ਜਗ ਰਚਨਾ ਸਭ ਝੂਠ ਹੈ, ਜਾਨ ਲਿਹੋ ਰੇ ਮੀਤ, ਕਹਿ ਨਾਨਕ ਥਿਰ ਨਾ ਰਹੈ। ਜਿਉ ਬਾਲੂ ਕੀ ਪੀਤ। ਇਹ 49ਵਾਂ 49th ਸ਼ਲੋਕ ਹੈ ਸਤਿਗੁਰਾਂ ਦਾ। ਸਾਹਿਬ ਜੀ ਕਹਿੰਦੇ ਇਹ ਸੰਸਾਰ ਜਿਹੜਾ ਨਾ ਇਹ ਝੂਠ ਹੈ। ਝੂਠ ਦਾ ਮਤਲਬ ਇੰਗਲਿਸ਼ ਦੇ ਵਿੱਚ ਤਾਂ ਫਾਲਸ ਹੀ ਲਿਖਿਆ ਹੋਏਗਾ, ਪਰ ਝੂਠ ਦਾ ਮਤਲਬ ਹੈ ਨਾਸ਼ਵਾਨ, ਖਤਮ ਹੋ ਜਾਣ ਵਾਲਾ। ਇਹਦੀ ਹਾਲਤ ਇਸ ਤਰ੍ਹਾਂ ਦੀ ਹੈ ਜਿਸ ਤਰ੍ਹਾਂ ਕਹਿੰਦੇ ਬਾਲੂ ਕੀ ਭੀਤ। ਬਾਲੂ ਕਹਿੰਦੇ ਨੇ ਰੇਤ ਨੂੰ, ਸੈਂਡ। ਰੇਤ ਦੀ ਕੰਧ ਹੋਵੇ, ਉਹ ਟਿਕ ਨਹੀਂ ਸਕਦੀ, ਢਹਿ ਜਾਏਗੀ ਇੱਕ ਪਲ ਦੇ ਵਿੱਚ ਹੀ। ਸੇਮ ਹਾਲਤ ਇਸ ਸੰਸਾਰ ਦੀ ਹੈ, ਖਤਮ ਹੋ ਜਾਣ ਵਾਲਾ ਹੈ, ਸਦਾ ਰਹਿਣ ਵਾਲਾ ਨਹੀਂ। ਸਤਿਗੁਰੂ ਜੀ ਕੀ ਬਖਸ਼ਿਸ਼ ਕਰ ਰਹੇ ਨੇ ਇਸ ਪਾਵਨ ਸ਼ਲੋਕ ਦੇ ਵਿੱਚ, ਇਹੀ ਆਪ ਸਰਬੱਤ ਸੰਗਤ ਦੇ ਨਾਲ ਵਿਚਾਰਨਾ ਹੈ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਆਓ ਬੜੇ ਅਦਬ ਸਤਿਕਾਰ ਨਾਲ ਸਤਿਗੁਰਾਂ ਦੇ ਚਰਨਾਂ 'ਚ ਸੀਸ ਝੁਕਾਉਂਦਿਆਂ ਹੋਇਆਂ ਦਸਮ ਪਾਤਸ਼ਾਹ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਪਾਈਏ। ਸਾਰੇ ਹੀ ਪਿਆਰ ਸਤਿਕਾਰ ਨਾਲ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ, ਤੁਸੀਂ ਸਾਰੇ ਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਠ ਕਰਦੇ ਹੋਵੋਗੇ। ਜਿਹੜੇ ਕਰਦੇ ਨੇ ਉਹ ਵਧਾਈ ਦੇ ਪਾਤਰ ਨੇ, ਜਿਹੜੇ ਅਜੇ ਨਹੀਂ ਪਾਠ ਕਰਨ ਦੇ ਵਿੱਚ ਲੱਗੇ, ਜਿੰਨੀ ਛੇਤੀ ਹੋ ਸਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਇੱਕ ਪਾਠ ਤਾਂ ਆਪਣੇ ਜੀਵਨ ਦੇ ਵਿੱਚ ਜ਼ਰੂਰ ਕਰ ਲਿਆ ਜਾਵੇ।
ਤੇ ਜਦੋਂ ਬਾਣੀ ਪੜ੍ਹਾਂਗੇ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚੋਂ ਤੁਹਾਡੇ ਸਾਹਮਣੇ ਦੋ ਲਫ਼ਜ਼, ਦੋ ਵਰਡਸ ਆਉਣਗੇ। ਇੱਕ ਸੱਚ ਤੇ ਦੂਜਾ ਹੈ ਝੂਠ। ਇਹ ਦੋਨਾਂ ਲਫ਼ਜ਼ਾਂ ਦਾ ਮੀਨਿੰਗ ਬੜਾ ਗਹਿਰਾ। ਜਿਵੇਂ ਇਸ ਸ਼ਲੋਕ ਦੇ ਵਿੱਚ ਸਤਿਗੁਰਾਂ ਨੇ ਕਿਹਾ ਜਗ ਰਚਨਾ ਸਭ ਝੂਠ ਹੈ, ਇਸੇ ਤਰ੍ਹਾਂ ਹੀ ਸੱਚ ਲਫ਼ਜ਼ ਵੀ ਗੁਰੂ ਸਾਹਿਬ ਨੇ ਵਾਰ-ਵਾਰ ਬਾਣੀ ਦੇ ਵਿੱਚ ਯੂਜ਼ ਕੀਤਾ ਹੈ। ਸੱਚ ਤਾਂ ਪਰ ਜਾਣੀਐ, ਸੱਚ ਵਰਡ। ਤੇ ਇਹ ਦੋਨੋਂ ਵਰਡ ਜਿਹੜੇ ਨੇ ਨਾ, ਇਹ ਵੱਖਰੇ ਵੱਖਰੇ ਕੰਟੈਕਸਟ ਦੇ ਵਿੱਚ ਸਤਿਗੁਰਾਂ ਨੇ ਯੂਜ਼ ਕੀਤੇ ਨੇ। ਜਦੋਂ ਵੀ ਸੱਚ ਵਰਡ ਪਾਤਸ਼ਾਹ ਜੀ ਬਾਣੀ ਦੇ ਵਿੱਚ ਯੂਜ਼ ਕਰਦੇ ਨੇ ਤੇ ਇਹਦਾ ਮਤਲਬ ਮੋਸਟਲੀ ਪਰਮਾਤਮਾ ਹੁੰਦਾ ਹੈ, ਪਰਮਾਤਮਾ ਦਾ ਨਾਮ ਹੁੰਦਾ ਹੈ। ਕਿਤੇ ਕਿਤੇ ਤਰੁੱਥ ਵਾਸਤੇ, ਜਿਹਨੂੰ ਆਪਾਂ ਕਹਿੰਦੇ ਹਾਂ ਨਾ ਕਿ ਫਲਾਣਾ ਬੰਦਾ ਸੱਚ ਬੋਲਦਾ ਹੈ, ਉਹਨਾਂ ਅਰਥਾਂ ਦੇ ਵਿੱਚ ਵੀ ਇਸ ਵਰਡ ਨੂੰ ਸਤਿਗੁਰਾਂ ਨੇ ਯੂਜ਼ ਕੀਤਾ ਹੈ। ਪਰ ਮੋਸਟਲੀ ਇਹ ਵਰਡ ਜਿਹੜਾ ਹੈ ਨਾ, ਸੱਚ ਜਾਂ ਸੱਤ, ਇਹਨਾਂ ਦੋਨਾਂ ਰੂਪਾਂ ਦੇ ਵਿੱਚ, ਦੋਨਾਂ ਫਾਰਮਸ ਦੇ ਵਿੱਚ ਸਤਿਗੁਰਾਂ ਨੇ ਪਰਮਾਤਮਾ ਵਾਸਤੇ, ਉਹਦੇ ਨਾਮ ਵਾਸਤੇ ਇਸ ਵਰਡ ਨੂੰ ਯੂਜ਼ ਕੀਤਾ ਹੈ। ਰੱਬ ਵਾਸਤੇ ਇਹ ਵਰਡ ਯੂਜ਼ ਕਰਨ ਦਾ ਸਤਿਗੁਰਾਂ ਦਾ ਮਤਲਬ ਇਹ ਹੈ ਕਿ ਉਹ ਪਰਮਾਤਮਾ ਜਿਹੜਾ ਨਾ, ਉਹ ਸੱਤ ਹੈ। ਮੂਲ ਮੰਤਰ ਜਦੋਂ ਆਪਾਂ ਪੜ੍ਹਦੇ ਹਾਂ ਤੇ ਮੂਲ ਮੰਤਰ ਦੇ ਵਿੱਚ ਵੀ ਆਉਂਦਾ ਹੈ ਨਾ ਜੀ, ਇੱਕ ਓੰਕਾਰ ਸਤ ਨਾਮ। ਹੁਣ ਜਦੋਂ ਇਸ ਸਤ ਨਾਮ ਦੀ ਆਪਾਂ ਟਰਾਂਸਲੇਸ਼ਨ ਕਰਾਂਗੇ ਤੇ ਅੰਗਰੇਜ਼ੀ ਦੇ ਵਿੱਚ ਸਿੰਪਲ ਜੇ 3-4 ਵਰਡ ਯੂਜ਼ ਕਰਕੇ ਇਸ ਨੂੰ ਖਤਮ ਕਰ ਦਿੱਤਾ ਜਾਂਦਾ ਹੈ ਜੀ। ਕੀ ਕਿਹਾ ਜਾਂਦਾ ਹੈ ਜੀ ਕਿ ਹੀ ਇਜ਼ ਟਰੁੱਥ ਜਾਂ ਹਿਜ਼ ਨੇਮ ਇਜ਼ ਟਰੁੱਥ। ਪਰ ਅਸਲ ਦੇ ਵਿੱਚ ਉਸ ਸੱਤ ਦਾ ਮਤਲਬ ਕੇਵਲ ਟਰੁੱਥ ਨਹੀਂ ਹੈ। ਉਸ ਸੱਤ ਦਾ ਮਤਲਬ ਹੈ ਕਿ ਉਹ ਪ੍ਰਮਾਤਮਾ ਐਵਰਲਾਸਟਿੰਗ ਹੈ, ਉਹ ਕਦੇ ਖਤਮ ਹੋਣ ਵਾਲਾ ਨਹੀਂ ਹੈ। ਰੱਬ ਕਦੇ ਖਤਮ ਨਹੀਂ ਹੋਏਗਾ, ਉਹਦਾ ਨਾਮ ਕਦੇ ਖਤਮ ਨਹੀਂ ਹੋਏਗਾ। ਤੇ ਜਦੋਂ ਝੂਠ ਵਰਡ ਸਤਿਗੁਰੂ ਜੀ ਯੂਜ਼ ਕਰਦੇ ਨੇ ਤੇ ਇਸ ਝੂਠ ਦਾ ਮਤਲਬ ਇੱਕ ਤਾਂ ਆਮ ਆਪਾਂ ਆਪਣੀ ਸ਼ਬਦਾਵਲੀ ਦੇ ਵਿੱਚ ਵਰਤ ਲੈਂਦੇ ਹਾਂ ਨਾ ਕਿ ਫਲਾਣਾ ਬੰਦਾ ਝੂਠ ਬੋਲਦਾ ਹੈ, ਉਹ ਤੇ ਵਿਸ਼ਵਾਸ ਨਾ ਕਰੀ ਕਿਉਂਕਿ ਉਹ ਝੂਠ ਹੀ ਬੜਾ ਬੋਲਦਾ ਹੈ। ਪਰ ਬਾਣੀ ਦੇ ਵਿੱਚ ਜਦੋਂ ਸਤਿਗੁਰੂ ਜੀ ਇਸ ਵਰਡ ਨੂੰ ਯੂਜ਼ ਕਰਨਗੇ ਤਾਂ ਦੋਨਾਂ ਅਰਥਾਂ ਦੇ ਵਿੱਚ, ਕਿਤੇ ਸਾਹਿਬ ਜੀ ਕਹਿਣਗੇ ਝੂਠ ਨਾ ਬੋਲ ਪਾਂਡੇ ਸੱਚ ਕਹੀ ਹੈ, ਕਿ ਭਲਿਆ ਤੈਨੂੰ ਝੂਠ ਨਹੀਂ ਬੋਲਣਾ ਚਾਹੀਦਾ, ਸੱਚ ਬੋਲਿਆ ਕਰ। ਕਿਉਂਕਿ ਇੱਕ ਝੂਠ ਬੋਲੇਗਾ ਤੇ ਇਸ ਇੱਕ ਝੂਠ ਨੂੰ ਲੁਕਾਉਣ ਦੇ ਲਈ, ਛੁਪਾਉਣ ਦੇ ਲਈ ਤੈਨੂੰ ਅੱਗੋਂ ਹੋਰ ਕਈ ਝੂਠ ਬੋਲਣੇ ਪੈਣਗੇ ਤੇ ਤੂੰ ਝੂਠ ਦਾ ਹੀ ਵਪਾਰੀ ਬਣ ਕੇ ਰਹਿ ਜਾਏਗਾ, ਪੱਲੇ ਕੁਝ ਨਹੀਂ ਪੈਣਾ। ਸੱਚ ਬੋਲਿਆ ਕਰ ਇਹਨਾਂ ਅਰਥਾਂ ਵਿੱਚ ਵੀ। ਤੇ ਸਤਿਗੁਰੂ ਜੀ ਜਿਸ ਤਰ੍ਹਾਂ ਇੱਥੇ ਜਗ ਰਚਨਾ ਸਭ ਝੂਠ ਹੈ, ਇਸ ਝੂਠ ਦਾ ਮਤਲਬ ਹੈ ਕਿ ਇਹ ਸੰਸਾਰ ਹੈ ਜਿਹੜਾ, ਇਹ ਨਾਸ਼ਵਾਨ ਹੈ, ਇਹ ਪਰਮਾਤਮਾ ਦੀ ਤਰ੍ਹਾਂ ਐਵਰਲਾਸਟਿੰਗ ਨਹੀਂ ਹੈ। ਉਹ ਵੱਖਰੀ ਗੱਲ ਹੈ ਕਿ ਅਸੀਂ ਇਸ ਸੰਸਾਰ ਨੂੰ ਸਦਾ ਰਹਿਣ ਵਾਲਾ ਮੰਨ ਲਿਆ, ਇਸ ਸੰਸਾਰ ਨੂੰ ਅਸੀਂ ਐਵਰਲਾਸਟਿੰਗ ਮੰਨ ਲਿਆ, ਪਰ ਅਸਲ ਦੇ ਵਿੱਚ ਹੈ ਨਹੀਂ। ਇਹੀ ਗੱਲ ਸਤਿਗੁਰੂ ਜੀ ਇਸ ਪਾਵਨ ਸ਼ਲੋਕ ਦੇ ਵਿੱਚ ਸਾਨੂੰ ਸਮਝਾਉਣੀ ਚਾਹ ਰਹੇ ਨੇ। ਸਤਿਗੁਰੂ ਜੀ ਕਹਿੰਦੇ ਇਨਸਾਨ ਦੀ ਹਾਲਤ ਕੀ ਹੋਈ ਪਈ ਹੈ ਕਿ ਜਿਹੜੀ ਚੀਜ਼ ਤਾਂ ਖਤਮ ਹੋ ਜਾਣ ਵਾਲੀ ਹੈ, ਉਸ ਵਸਤੂ ਦੇ ਨਾਲ ਇਸ ਨੇ ਪਿਆਰ ਪਾ ਲਿਆ ਹੈ। ਜਿਸ ਵਸਤੂ ਨੇ ਇਸ ਦਾ ਸਾਥ ਛੱਡ ਜਾਣਾ ਹੈ, ਉਸ ਵਸਤੂ ਦੇ ਨਾਲ, ਉਸ ਪਦਾਰਥ ਦੇ ਨਾਲ ਇਸ ਨੇ ਪਿਆਰ ਪਾ ਲਿਆ ਹੈ। ਤੇ ਜਿਸ ਨੇ ਸਾਥ ਨਿਭਾਉਣਾ ਹੈ ਹਮੇਸ਼ਾ ਵਾਸਤੇ, ਜਿਹੜਾ ਸਦਾ ਹੀ ਰਹਿਣ ਵਾਲਾ ਹੈ, ਉਹਦੇ ਨਾਲ ਇਹ ਪਿਆਰ ਪਾਉਣ ਨੂੰ ਤਿਆਰ ਹੀ ਨਹੀਂ ਹੈ, ਉਹਦੀ ਯਾਦ ਵਿੱਚ ਨਹੀਂ ਜੁੜਦਾ, ਉਹਦਾ ਨਾਮ ਹੀ ਜ਼ੁਬਾਨ ਤੇ ਨਹੀਂ ਆਉਂਦਾ। ਸਾਥ ਨਾ ਚੱਲ ਹੈ, ਜਿਹੜੀ ਚੀਜ਼ ਨੇ ਨਾਲ ਨਹੀਂ ਜਾਣਾ, ਜਿਸ ਨੇ ਇਸ ਸੰਸਾਰ 'ਚ ਹੀ ਸਾਥ ਛੱਡ ਦੇਣਾ ਹੈ, ਉਹਦੇ ਨਾਲ ਸਤਿਗੁਰੂ ਜੀ ਕਹਿੰਦੇ ਇਹਦਾ ਬੜਾ ਪਿਆਰ ਹੈ। ਪਾਤਸ਼ਾਹ ਜੀ ਇਸ ਪਰਦੇ ਨੂੰ ਸਾਡੀਆਂ ਅੱਖਾਂ ਤੋਂ ਉਠਾ ਰਹੇ ਨੇ। ਸਾਹਿਬ ਜੀ ਕਹਿੰਦੇ ਦੇਖ, ਇਹ ਸੰਸਾਰ ਪ੍ਰਮਾਤਮਾ ਨੇ ਕ੍ਰੀਏਟ ਕੀਤਾ ਹੈ, ਉਸ ਪ੍ਰਮਾਤਮਾ ਨੇ ਜਿਹੜਾ ਐਵਰਲਾਸਟਿੰਗ ਹੈ, ਤੇ ਉਹਦਾ ਸਾਜਿਆ ਹੋਇਆ ਇਹ ਸੰਸਾਰ ਹਮੇਸ਼ਾ ਰਹਿਣ ਵਾਲਾ ਨਹੀਂ ਹੈ। ਇਹਨੂੰ ਆਪਾਂ ਐਗਜ਼ਾਮਪਲ ਦੇ ਥਰੂ ਸਮਝ ਲਈਏ। ਕਹਿੰਦੇ ਨੇ ਇੱਕ ਬੱਚਾ ਆਪਣੇ ਪਿਤਾ ਦੇ ਨਾਲ ਕਿਸੇ ਬਾਜ਼ਾਰ ਦੇ ਵਿੱਚ ਜਾਂਦਾ ਹੈ ਤੇ ਬਾਜ਼ਾਰ ਦੇ ਵਿੱਚ ਘੁੰਮਦਿਆਂ ਨਜ਼ਰ ਪੈਂਦੀ ਹੈ ਕਿ ਇੱਕ ਸ਼ਖਸ, ਇੱਕ ਬੰਦਾ, ਇੱਕ ਇਨਸਾਨ ਜਿਹੜਾ ਹੈ ਨਾ, ਉਹਦੇ ਦੁਆਲੇ ਕਾਫੀ ਲੋਕ ਇਕੱਠੇ ਹੋਏ ਪਏ ਨੇ, ਕਾਫੀ ਭੀੜ ਲੱਗੀ ਹੋਈ ਹੈ ਉਹਦੇ ਆਲੇ ਦੁਆਲੇ। ਉਹ ਬੱਚਾ ਵੀ ਆਪਣੇ ਪਿਤਾ ਦੇ ਨਾਲ ਜਾ ਕੇ ਉਸ ਭੀੜ ਦਾ ਹਿੱਸਾ ਬਣਦਾ ਹੈ, ਉੱਥੇ ਖੜਾ ਹੋ ਜਾਂਦਾ ਹੈ, ਦੇਖਦਾ ਹੈ ਕੀ ਹੋ ਰਿਹਾ ਹੈ,
ਕਿ ਉਹ ਬੰਦਾ, ਉਹ ਇਨਸਾਨ ਜਿਹਦੇ ਦੁਆਲੇ ਭੀੜ ਇਕੱਠੀ ਹੋਈ ਪਈ ਹੈ, ਉਹ ਕਰਦਾ ਕੀ ਪਿਆ? ਉਹਦੇ ਕੋਲ ਇੱਕ ਛੋਟੀ ਜੀ ਚਾਦਰ ਹੈ, ਬੈਠਾ ਹੋਇਆ ਜ਼ਮੀਨ ਦੇ ਉੱਤੇ, ਤੇ ਉਸ ਚਾਦਰ ਦੇ ਥੱਲਿਓਂ ਕਦੀ ਕੁਝ ਕੱਢ ਕੇ ਬਾਹਰ ਰੱਖ ਦਿੰਦਾ ਹੈ, ਕਦੇ ਕੋਈ ਵਸਤੂ ਬਾਹਰ ਕੱਢ ਕੇ ਰੱਖ ਦਿੰਦਾ ਹੈ, ਕਦੇ ਉਸਨੇ ਕੋਈ ਟੀਵੀ ਕੱਢ ਦਿੱਤਾ, ਕਦੇ ਉਸਨੇ ਕੋਈ ਉੱਥੋਂ ਟੇਪ ਰਿਕਾਰਡਰ ਕੱਢ ਦਿੱਤਾ, ਜਾਂ ਅੱਜ ਦੀ ਸ਼ਬਦਾਵਲੀ ਵਰਤ ਲਈਏ, ਕਦੇ ਉਹ ਮੋਬਾਈਲ ਫੋਨ ਕੱਢ ਦਿੰਦਾ ਹੈ, ਕਦੇ ਲੈਪਟਾਪ ਕੱਢ ਦਿੰਦਾ ਹੈ, ਕਦੇ ਕੰਪਿਊਟਰ ਕੱਢ ਦਿੰਦਾ ਹੈ। ਉਹ ਬੱਚਾ ਵੇਖ ਕੇ ਬੜਾ ਹੈਰਾਨ ਹੁੰਦਾ ਹੈ। ਹੁਣ ਪਿਤਾ ਨੂੰ ਸਮਝ ਹੈ, ਪਿਤਾ ਨੂੰ ਪਤਾ ਹੈ ਕਿ ਇਹ ਇਨਸਾਨ ਜਿਹੜਾ ਕਰਦਾ ਪਿਆ ਨਾ, ਇਹ ਇਹਦੀ ਹੱਥ ਦੀ ਸਫਾਈ ਹੈ, ਇੱਕ ਇਲੂਸ਼ਨ ਹੈ, ਇਸ ਤੋਂ ਵੱਧ ਕੇ ਹੋਰ ਕੁਝ ਵੀ ਨਹੀਂ, ਅਸਲੀਅਤ ਨਹੀਂ ਹੈ, ਇੱਕ ਤਮਾਸ਼ਾ ਹੈ ਬਸ। ਪਰ ਬੱਚੇ ਨੇ ਉਸ ਨੂੰ ਸੱਚ ਸਮਝ ਲਿਆ ਹੈ, ਕਿਉਂਕਿ ਬੱਚੇ ਨੂੰ ਇਸ ਤਮਾਸ਼ੇ ਦੀ ਸਮਝ ਨਹੀਂ ਹੈ। ਬੱਚਾ ਇਹ ਨਹੀਂ ਜਾਣਦਾ ਕਿ ਇਹ ਇਨਸਾਨ ਜਿਹੜਾ ਇਹ ਤਮਾਸ਼ਾ ਹੀ ਦਿਖਾਉਂਦਾ ਪਿਆ ਹੈ। ਪਰ ਹੈਰਾਨਗੀ ਉਸ ਸਮੇਂ ਹੋਈ ਉਸ ਬੱਚੇ ਨੂੰ ਵੀ, ਜਦੋਂ ਉਸ ਇਨਸਾਨ ਨੇ ਆਪਣੀ ਖੇਡ ਸਮਾਪਤ ਕੀਤੀ, ਆਪਣਾ ਤਮਾਸ਼ਾ ਸਮਾਪਤ ਕੀਤਾ, ਫਿਨਿਸ਼ ਕੀਤਾ। ਉਹ ਸਾਰਾ ਸਮਾਨ ਜਿਹੜਾ ਹੈ, ਉਹ ਸਾਰਾ ਹੀ ਜਿਹੜਾ ਇੱਕ ਪਲ ਦੇ ਵਿੱਚ ਕੱਢ ਕੇ ਬਾਹਰ ਰੱਖਦਾ ਪਿਆ ਸੀ, ਉਹ ਉੱਥੇ ਕੁਝ ਵੀ ਨਹੀਂ ਹੈ। ਤੇ ਹੁਣ ਉਹੀ ਇਨਸਾਨ ਆਪਣੇ ਹੱਥ ਦੇ ਵਿੱਚ ਇੱਕ ਬਰਤਨ ਪਕੜ ਕੇ, ਕਹਿ ਲਈਏ ਕਿ ਬੈਗਿੰਗ ਬਾਉਲ ਪਕੜ ਕੇ, ਉਹ ਇਕੱਠੇ ਹੋਏ ਲੋਕਾਂ ਦੇ ਪਾਸ ਜਾਂਦਾ ਹੈ, ਉਹਨਾਂ ਦੇ ਕੋਲੋਂ ਪੈਸੇ ਮੰਗਦਾ ਪਿਆ ਹੈ। ਕੋਈ ਉਹਦੇ ਉਸ ਬੈਗਿੰਗ ਬਾਉਲ ਦੇ ਵਿੱਚ ਰੁਪਈਆ ਪਾਉਂਦਾ ਹੈ, ਕੋਈ 5 ਪੈਸੇ ਪਾਉਂਦਾ ਹੈ, ਕੋਈ 10 ਰੁਪਏ ਪਾਉਂਦਾ ਹੈ। ਤਾਂ ਬੱਚਾ ਬੜਾ ਹੈਰਾਨ ਹੁੰਦਾ ਹੈ। ਜਦੋਂ ਵਾਪਸ ਮੋੜਦੇ ਨੇ ਤੇ ਬੱਚਾ ਕਹਿੰਦਾ ਪਿਤਾ ਜੀ, ਮੈਨੂੰ ਇੱਕ ਗੱਲ ਸਮਝ ਨਹੀਂ ਆਈ, ਜਿਹੜਾ ਇਨਸਾਨ ਆਪਣੀ ਇੱਕ ਚਾਦਰ ਦੇ ਥੱਲਿਓਂ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਕੱਢ ਕੇ ਬਾਹਰ ਰੱਖਦਾ ਪਿਆ ਸੀ, ਅਖੀਰ ਦੇ ਵਿੱਚ ਜਦੋਂ ਉਸਨੇ ਆਪਣਾ ਕੰਮ ਫਿਨਿਸ਼ ਕੀਤਾ, ਉਹਨੇ ਫਿਰ ਲੋਕਾਂ ਦੇ ਕੋਲੋਂ ਮੰਗਣਾ ਕਿਉਂ ਸ਼ੁਰੂ ਕਰ ਦਿੱਤਾ? ਉਹ ਤਾਂ ਬੜਾ ਅਮੀਰ ਹੈ, ਉਹਦੇ ਕੋਲ ਤਾਂ ਬੜਾ ਸਮਾਨ ਹੈ, ਫਿਰ ਉਹ ਕਿਉਂ ਮੰਗਣ ਲੱਗ ਪਿਆ? ਫਿਰ ਪਿਤਾ ਸਮਝਾਉਂਦਾ ਇਹਨੂੰ, ਕਹਿੰਦੇ ਭਲਿਆ ਕਹਾਣੀ ਇਹ ਹੈ ਕਿ ਜੋ ਕੁਝ ਵੀ ਉਹਨੇ ਦਿਖਾਇਆ ਉਹ ਇੱਕ ਸਿਰਫ ਤਮਾਸ਼ਾ ਸੀ, ਇੱਕ ਖੇਡ ਸੀ, ਇੱਕ ਇਲੂਸ਼ਨ ਸੀ, ਲੋਕਾਂ ਨੂੰ ਅਟਰੈਕਟ ਕਰਨ ਵਾਸਤੇ। ਇਸ ਤੋਂ ਵੱਧ ਕੇ ਹੋਰ ਕੁਝ ਵੀ ਨਹੀਂ। ਬਸ ਇੰਨੀ ਕੁ ਗੱਲ ਹੈ। ਸਤਿਗੁਰੂ ਜੀ ਵੀ ਸਾਨੂੰ ਇਹੀ ਸਮਝਾਉਣੀ ਚਾਹੁੰਦੇ ਨੇ, ਜੋ ਕੁਝ ਵੀ ਇਸ ਸੰਸਾਰ ਦੇ ਵਿੱਚ ਸਾਨੂੰ ਨਜ਼ਰ ਆ ਰਿਹਾ ਹੈ ਨਾ, ਇੱਦਾਂ ਕਹਿ ਲਈਏ ਕਿ ਉਹ ਪ੍ਰਮਾਤਮਾ ਤਮਾਸ਼ਾ ਦਿਖਾਉਣ ਵਾਲਾ ਹੈ। ਉਸਨੇ ਇਹ ਇੱਕ ਖੇਡ ਤਿਆਰ ਕੀਤੀ ਹੈ ਸੰਸਾਰ ਦੀ, ਜਿਹਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਪਦਾਰਥ ਪ੍ਰਮਾਤਮਾ ਨੇ ਪੈਦਾ ਕੀਤੇ ਨੇ। ਤੇ ਹੋਇਆ ਕੀ ਹੈ ਕਿ ਅਸੀਂ ਉਸ ਬੱਚੇ ਦੀ ਤਰ੍ਹਾਂ ਇਸ ਸੰਸਾਰ ਨੂੰ ਇੱਕ ਸਦਾ ਰਹਿਣ ਵਾਲਾ ਸਮਝ ਕੇ ਬੈਠ ਗਏ ਹਾਂ। ਤੇ ਜਿਸ ਪ੍ਰਮਾਤਮਾ ਨੇ ਇਸ ਨੂੰ ਸਾਜਿਆ, ਜਿਹੜਾ ਤਮਾਸ਼ਾ ਦਿਖਾਉਣ ਵਾਲਾ ਹੈ, ਉਸ ਪ੍ਰਮਾਤਮਾ ਨੂੰ ਅਸੀਂ ਟੋਟਲੀ ਭੁੱਲ ਚੁੱਕੇ ਹਾਂ। ਇਸੇ ਕਰਕੇ ਗੁਰੂ ਨਾਨਕ ਸਾਹਿਬ ਦਾ ਬੜਾ ਪਿਆਰਾ ਵਚਨ ਹੈ, ਉਹ ਵੀ ਸਾਨੂੰ ਯਾਦ ਦਿਵਾਉਂਦੇ ਨੇ, ਕਹਿੰਦੇ ਕਿਤੇ ਭੁਲੇਖੇ 'ਚ ਨਾ ਰਹੀ ਕਿ ਇਹ ਸੰਸਾਰ ਹਮੇਸ਼ਾ ਰਹਿਣਾ ਹੈ। ਜੋ ਕੁਝ ਵੀ ਤੈਨੂੰ ਜੀਵਨ ਦੇ ਵਿੱਚ ਪ੍ਰਾਪਤ ਹੋਇਆ ਨਾ, ਇਹ ਸਭ ਕੁਝ ਹੀ ਝੂਠ ਹੈ। ਆਸਾ ਕੀ ਵਾਰ ਹੁਣੇ ਆਪਾਂ ਸਰਵਣ ਕਰਕੇ ਹਟੇ ਹਾਂ, ਤੇ ਆਸਾ ਕੀ ਵਾਰ ਦਾ ਹੀ ਸ਼ਲੋਕ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ। ਪਾਤਸ਼ਾਹ ਜੀ ਕਹਿੰਦੇ, ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ। ਆ ਜਿਹੜਾ ਹੁਣ ਕੂੜ ਲਫ਼ਜ਼ ਹੈ ਨਾ ਸਾਧ ਸੰਗਤ, ਇਸ ਕੂੜ ਦਾ ਮਤਲਬ ਵੀ ਝੂਠ ਹੀ ਹੈ। ਇਸ ਕੂੜ ਦਾ ਮਤਲਬ ਵੀ ਹੈ ਕਿ ਉਹ ਵਸਤੂ ਜਿਹੜੀ ਹਮੇਸ਼ਾ ਰਹਿਣ ਵਾਲੀ ਨਹੀਂ ਹੈ, ਜਿਹੜੀ ਖਤਮ ਹੋ ਜਾਣ ਵਾਲੀ ਹੈ। ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਕੂੜ ਮੰਡਪ ਕੂੜ ਮਾੜੀ ਕੂੜ ਬੈਸਨਹਾਰ। ਸਤਿਗੁਰੂ ਜੀ ਕਹਿੰਦੇ ਦੁਨੀਆ ਦੇ ਵਿੱਚ ਕੀ ਤਰ੍ਹਾਂ ਤਰ੍ਹਾਂ ਦੇ ਪ੍ਰਮਾਤਮਾ ਨੇ ਲੋਕ ਪੈਦਾ ਕੀਤੇ ਨੇ। ਕੋਈ ਅਮੀਰ ਹੈ, ਕੋਈ ਗਰੀਬ ਹੈ, ਕਿਸੇ ਨੂੰ ਪ੍ਰਮਾਤਮਾ ਨੇ ਰਾਜਾ ਬਣਾ ਦਿੱਤਾ, ਕਿਸੇ ਨੂੰ ਭਿਖਾਰੀ ਬਣਾ ਦਿੱਤਾ। ਹੁਣ ਜਿਹੜਾ ਰਾਜਾ ਹੈ, ਉਹ ਆਪਣੇ ਬੜੇ ਖੂਬਸੂਰਤ ਮਹੱਲ ਦੇ ਵਿੱਚ ਰਹਿੰਦਾ ਹੈ, ਬੜਾ ਖੂਬਸੂਰਤ ਉਹਦਾ ਮਹਿਲ ਹੈ ਜਿਹਦੇ ਵਿੱਚ ਉਹ ਰਹਿ ਰਿਹਾ ਹੈ। ਤਰ੍ਹਾਂ ਤਰ੍ਹਾਂ ਦੇ ਉਹਦੇ ਕੋਲ ਪਦਾਰਥ ਨੇ, ਕਿਸੇ ਚੀਜ਼ ਦੀ ਕਮੀ ਕੋਈ ਨਹੀਂ। ਸਾਰੀ ਗਿਣਤੀ ਸਤਿਗੁਰਾਂ ਨੇ ਇੱਕ ਲਿਸਟ ਇਸ ਪੂਰੇ ਸ਼ਲੋਕ ਦੇ ਵਿੱਚ ਬਣਾ ਦਿੱਤੀ, ਜਿਹੜੀ ਜਿਹੜੀ ਵਸਤੂ ਇਨਸਾਨ ਦੇ ਕੋਲ ਹੈ ਤੇ ਉਸ ਨੂੰ ਉਹ ਸੱਚ ਸਮਝ ਕੇ ਬੈਠਾ ਹੋਇਆ ਹੈ। ਸਤਿਗੁਰੂ ਜੀ ਕਹਿੰਦੇ, ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਕੂੜ ਮੰਡਪ ਕੂੜ ਮਾੜੀ ਕੂੜ ਬੈਸਨਹਾਰ। ਮੰਡਪ ਦਾ ਮਤਲਬ ਸਾਧ ਸੰਗਤ ਹੁੰਦਾ ਸ਼ਮਿਆਨੇ। ਸ਼ਮਿਆਨੇ ਨੂੰ ਆਪਾਂ ਸਮਝ ਲਈਏ ਕਿ ਬੜਾ ਖੂਬਸੂਰਤ ਟੈਂਟ ਲੱਗਾ ਹੋਵੇ। ਮਾੜੀ ਦਾ ਮਤਲਬ ਹੁੰਦਾ ਹੈ ਜੀ ਘਰ, ਬੜਾ ਖੂਬਸੂਰਤ ਘਰ। ਕੂੜ ਮੰਡਪ ਕੂੜ ਮਾੜੀ ਕੂੜ ਬੈਸਨਹਾਰ ਕੂੜ ਸੋਇਨਾ ਕੂੜ ਰੂਪਾ। ਸੋਇਨਾ ਮਤਲਬ ਸੋਨਾ, ਗੋਲਡ, ਰੂਪਾ ਮਤਲਬ ਚਾਂਦੀ, ਸਿਲਵਰ। ਕੂੜ ਸੋਇਨਾ ਕੂੜ ਰੂਪਾ ਕੂੜ ਪਹਿਨਣਹਾਰ ਕੂੜ ਕਾਇਆ ਕੂੜ ਕੱਪੜ ਕੂੜ ਰੂਪ ਅਪਾਰ। ਸਤਿਗੁਰੂ ਜੀ ਕਹਿੰਦੇ, ਕੂੜ ਮੀਆਂ
ਕੂੜ ਬੀਬੀ ਖੱਪ ਹੋਏ ਖਾਰ, ਕੂੜ ਕੂੜੈ ਨੇ ਲੱਗਾ। ਬਸ ਆਹ ਪ੍ਰੋਬਲਮ ਹੈ, ਜਿਸ ਪ੍ਰੋਬਲਮ ਨੂੰ ਸਤਿਗੁਰੂ ਜੀ ਦੂਰ ਕਰਨਾ ਚਾਹੁੰਦੇ ਨੇ। ਇਸ ਪ੍ਰੋਬਲਮ ਨੂੰ ਸਾਡੇ ਅੰਦਰੋਂ ਸਤਿਗੁਰੂ ਜੀ ਬਾਹਰ ਕੱਢਣਾ ਚਾਹੁੰਦੇ ਨੇ। ਕਿਉਂ ਜੀ? ਕਿਉਂਕਿ ਜਗ ਰਚਨਾ ਸਭ ਝੂਠ ਹੈ। ਪਾਤਸ਼ਾਹ ਜੀ ਕਹਿੰਦੇ ਹੋਇਆ ਕੀ ਹੈ ਕਿ ਕੂੜ ਕੂੜੈ ਨੇ ਲੱਗਾ। ਅਸੀਂ ਵੀ ਕੂੜ ਆ। ਕੂੜ ਦਾ ਮਤਲਬ ਇੱਥੇ ਝੂਠ। ਝੂਠ ਮਤਲਬ ਨਾਸ਼ ਹੋ ਜਾਣ ਵਾਲੇ, ਖਤਮ ਹੋ ਜਾਣ ਵਾਲੇ। ਜਿਨ੍ਹਾਂ ਪਦਾਰਥਾਂ ਦੇ ਨਾਲ ਸਾਡਾ ਕਨੈਕਸ਼ਨ ਜੁੜਿਆ ਹੋਇਆ ਹੈ, ਜਿਨ੍ਹਾਂ ਨੂੰ ਅਸੀਂ ਸੱਚ ਸਮਝ ਕੇ ਬੈਠੇ ਹਾਂ, ਉਹ ਵੀ ਕੂੜ ਨੇ। ਤੇ ਜਦੋਂ ਦੋਨਾਂ ਦਾ ਆਪਸ ਵਿੱਚ ਕਨੈਕਸ਼ਨ ਜੁੜਿਆ ਤੇ ਹੋਇਆ ਕੀ ਹੈ? ਸਤਿਗੁਰੂ ਜੀ ਕਹਿੰਦੇ ਕੂੜ। ਇੱਥੇ ਕੂੜ ਦਾ ਮਤਲਬ ਹੈ ਅਸੀਂ। ਕੂੜੈ, ਕੂੜੈ ਦਾ ਮਤਲਬ ਹੈ ਪਦਾਰਥ, ਧਨ ਦੌਲਤ, ਜ਼ਮੀਨ ਜਾਇਦਾਦ, ਮੰਡਪ ਮਾੜੀਆਂ, ਸੋਨਾ ਚਾਂਦੀ, ਸਭ ਕੁਝ, ਕੱਪੜੇ ਵਗੈਰਾ, ਇਹ ਸਭ ਕੁਝ ਕੂੜੈ ਦੇ ਵਿੱਚ। ਕਹਿੰਦੇ ਇਸ ਇਨਸਾਨ ਕੂੜ ਦਾ ਜਿਹੜਾ ਖਤਮ ਹੋ ਜਾਣ ਵਾਲਾ ਹੈ, ਕੂੜੈ ਨੇ ਲੱਗਾ। ਨੇ ਦਾ ਮਤਲਬ ਹੈ ਪਿਆਰ। ਇਸ ਸੰਸਾਰਿਕ ਪਦਾਰਥਾਂ ਦੇ ਨਾਲ ਇਹਦਾ ਪਿਆਰ ਪੈ ਗਿਆ ਹੈ, ਇਹਨਾਂ ਨੂੰ ਇਹ ਸਦਾ ਰਹਿਣ ਵਾਲਾ ਸਮਝ ਕੇ ਬੈਠ ਗਿਆ। ਕੂੜ ਕੂੜੈ ਨੇ ਲੱਗਾ, ਵਿਸਰਿਆ ਕਰਤਾਰ। ਉਹ ਪ੍ਰਮਾਤਮਾ ਭੁੱਲ ਗਿਆ ਜਿਸ ਨੇ ਇਹ ਸਭ ਕੁਝ ਕ੍ਰੀਏਟ ਕੀਤਾ ਹੈ। ਤੇ ਸਤਿਗੁਰੂ ਜੀ ਸਾਨੂੰ ਫਿਰ ਰਿਮਾਈਂਡ ਕਰਾਉਂਦੇ ਨੇ, ਕਹਿੰਦੇ ਕੂੜ ਕੂੜੈ ਨੇ ਲੱਗਾ, ਵਿਸਰਿਆ ਕਰਤਾਰ। ਕੂੜ ਮਿੱਠਾ, ਕੂੜ ਮਾਖਿਓ, ਕੂੜ ਡੋਬੈ ਪੂਰ। ਸਤਿਗੁਰੂ ਜੀ ਕਹਿੰਦੇ ਦੇਖੋ, ਇਸ ਸੰਸਾਰ ਦੇ ਵਿੱਚ ਕੋਈ ਸਦਾ ਰਹਿਣ ਵਾਲਾ ਨਹੀਂ ਜੇ। ਕਿਸ ਨਾਲ ਕੀਚੈ ਦੋਸਤੀ, ਸਭ ਜੱਗ ਚੱਲਣ ਹਾਰ। ਕੂੜ ਮਿੱਠਾ, ਕੂੜ ਮਾਖਿਓ, ਕੂੜ ਡੋਬੈ ਪੂਰ। ਨਾਨਕ ਵਖਾਣੈ ਬੇਨਤੀ, ਤੁਧ ਬਾਝ ਕੂੜੋ ਕੂੜ। ਕਹਿੰਦੇ ਇਹ ਮੇਰੇ ਮਾਲਕ, ਇੱਕ ਤੂੰ ਹੀ ਹੈ ਜਿਹੜਾ ਸਦਾ ਰਹਿਣ ਵਾਲਾ ਹੈ, ਬਾਕੀ ਸਭ ਕੁਝ ਤੇਰਾ ਕ੍ਰੀਏਟ ਕੀਤਾ ਹੋਇਆ ਖਤਮ ਹੋ ਜਾਣ ਵਾਲਾ ਹੈ ਇੱਕ ਪਲ ਦੇ ਵਿੱਚ। ਜਿਸ ਤਰ੍ਹਾਂ ਛੋਟੇ ਛੋਟੇ ਬੱਚੇ ਬੀਚ ਤੇ ਜਾਂਦੇ ਨੇ, ਬੱਚੇ ਵੀ ਤੇ ਨੌਜਵਾਨ ਵੀ ਕੀ ਕਰਦੇ ਨੇ ਜੀ, ਉੱਥੇ ਰੇਤ ਦੇ ਨਾ ਬੜੇ ਖੂਬਸੂਰਤ ਘਰ ਬਣਾ ਦਿੰਦੇ ਨੇ। ਕੋਈ ਕੈਸਲ ਬਣਾ ਦਿੰਦਾ ਹੈ, ਕੋਈ ਕੁਝ ਬਣਾਉਂਦਾ ਹੈ, ਕੋਈ ਕੁਝ ਬਣਾਉਂਦਾ ਹੈ। ਪਰ ਜਦੋਂ ਵਾਪਸ ਆਉਣਾ ਹੁੰਦਾ ਹੈ ਬੀਚ ਤੋਂ, ਘਰ ਨੂੰ ਆਉਣਾ ਹੈ, ਤੇ ਘਰ ਆਉਣ ਤੋਂ ਪਹਿਲਾਂ ਬੱਚੇ ਕੀ ਕਰਦੇ ਨੇ, ਉਸ ਬੜੇ ਖੂਬਸੂਰਤ ਬਣਾਏ ਹੋਏ ਘਰ ਨੂੰ ਨਾ ਇੱਕ ਪਲ ਦੇ ਵਿੱਚ ਪੈਰ ਮਾਰ ਕੇ ਢਾਹ ਦਿੰਦੇ ਨੇ। ਇਹੀ ਸੰਸਾਰ ਦੀ ਸਤਿਗੁਰੂ ਜੀ ਕਹਿੰਦੇ ਅਸਲੀਅਤ ਹੈ। ਇਹ ਸੰਸਾਰ ਇੱਕ ਰੇਤ ਦੀ ਕੰਧ ਹੈ ਜਿਹੜੀ ਪ੍ਰਮਾਤਮਾ ਨੇ ਬਣਾਈ ਹੋਈ ਹੈ। ਜਦੋਂ ਉਸ ਪ੍ਰਮਾਤਮਾ ਦਾ ਹੁਕਮ ਹੋਇਆ, ਹੁਣ ਦੇਖੋ ਉਹਦੇ ਹੁਕਮ ਦੇ ਵਿੱਚ ਹੀ ਇਹ ਸੰਸਾਰ ਬਣਿਆ ਤੇ ਉਹਦੇ ਹੁਕਮ ਦੇ ਵਿੱਚ ਹੀ ਇਸ ਨੇ ਖਤਮ ਹੋ ਜਾਣਾ ਹੈ। ਕ੍ਰੀਏਸ਼ਨ ਪ੍ਰਮਾਤਮਾ ਨੇ ਆਪ ਕੀਤੀ ਹੈ ਤੇ ਡਿਸਟਰਕਸ਼ਨ ਜਿਹੜੀ ਹੈ ਉਹ ਪ੍ਰਮਾਤਮਾ ਨੇ ਆਪ ਕਰਨੀ ਹੈ ਖੁਦ। ਇਹ ਦੋਨੋਂ ਚੀਜ਼ਾਂ ਇਨਸਾਨ ਦੇ ਆਪਣੇ ਹੱਥ ਵਿੱਚ ਨਹੀਂ ਜੇ ਹੈਗੀਆਂ। ਕੋਈ ਬੰਦਾ ਕੋਈ ਵਸਤੂ ਬਣਾਉਂਦਾ ਹੈ, ਕੋਈ ਕਾਰ ਬਣਾ ਰਿਹਾ ਹੈ, ਕਿਸੇ ਨੇ ਮੋਬਾਈਲ ਬਣਾ ਦਿੱਤਾ, ਕੋਈ ਲੈਪਟਾਪ ਬਣਾਉਂਦਾ ਹੈ, ਉਹ ਕ੍ਰੀਏਟ ਕਰਦਾ ਹੈ, ਬਣਾ ਸਕਦਾ ਹੈ, ਪਰ ਉਸ ਨੂੰ ਖਤਮ ਕਰਨਾ ਇਨਸਾਨ ਦੇ ਆਪਣੇ ਹੱਥ ਵਿੱਚ ਵੀ ਹੈ ਤੇ ਕਿਸੇ ਹੋਰ ਦੇ ਹੱਥ ਵਿੱਚ ਵੀ ਹੈ। ਧਿਆਨ ਦਿਓ ਸਾਧ ਸੰਗਤ, ਕੋਈ ਵੀ ਇਨਸਾਨ ਕੋਈ ਚੀਜ਼ ਬਣਾਉਂਦਾ ਹੈ ਯੂਜ਼ ਕਰਨ ਵਾਸਤੇ, ਉਹਨੂੰ ਆਪ ਵੀ ਖਤਮ ਕਰ ਸਕਦਾ ਹੈ ਤੇ ਇਹ ਨਹੀਂ ਕਿ ਉਸ ਤੋਂ ਇਲਾਵਾ ਕੋਈ ਦੂਜਾ ਨਹੀਂ ਖਤਮ ਕਰ ਸਕਦਾ। ਹੋਰ ਵੀ ਕੋਈ ਉਹਨੂੰ ਖਤਮ ਕਰ ਸਕਦਾ ਹੈ, ਉਹਨੂੰ ਤੋੜ ਸਕਦਾ ਹੈ, ਉਹਨੂੰ ਜਲਾ ਸਕਦਾ ਹੈ, ਕੋਈ ਵੀ। ਪਰ ਇਹ ਸੰਸਾਰ ਐਸੀ ਪ੍ਰਮਾਤਮਾ ਨੇ ਖੇਡ ਬਣਾਈ ਹੈ ਜਿਹੜੀ ਬਣਾਉਂਦਾ ਵੀ ਉਹ ਆਪ ਹੀ ਹੈ ਤੇ ਖਤਮ ਵੀ ਉਹ ਆਪ ਹੀ ਕਰਦਾ ਹੈ। ਬਣਾਉਣ ਦੀ ਪਾਵਰ ਵੀ ਉਹਦੇ ਕੋਲ ਹੀ ਹੈ ਤੇ ਇਸ ਨੂੰ ਖਤਮ ਕਰਨ ਦੀ ਜਿਹੜੀ ਪਾਵਰ ਹੈ ਨਾ, ਉਹ ਵੀ ਉਸ ਕੇਵਲ ਪ੍ਰਮਾਤਮਾ ਦੇ ਕੋਲ ਹੀ ਹੈ, ਹੋਰ ਦੂਜੇ ਕਿਸੇ ਕੋਲ ਨਹੀਂ। ਤੇ ਸਤਿਗੁਰੂ ਜੀ ਕਹਿੰਦੇ ਇਸ ਨੇ ਇੱਕ ਦਿਨ ਖਤਮ ਹੋ ਜਾਣਾ ਹੈ ਜੀ। ਇਹ ਪ੍ਰਮਾਤਮਾ ਦੀ ਬਣਾਈ ਹੋਈ ਖੇਡ, ਇਹ ਸਦਾ ਰਹਿਣ ਵਾਲੀ ਨਹੀਂ। ਇੱਕ ਦਿਨ ਜ਼ਰੂਰ ਇਸ ਨੂੰ ਇਹ ਖਤਮ ਕਰੇਗਾ। ਗੁਰੂ ਅਰਜਨ ਸਾਹਿਬ ਦਾ ਬਚਨ ਆਪਾਂ ਸੁਖਮਨੀ ਸਾਹਿਬ ਦੇ ਵਿੱਚ ਪੜ੍ਹਦੇ ਹਾਂ ਨਾ ਜੀ ਰੋਜ਼ਾਨਾ ਹੀ। ਕੀ ਕਹਿੰਦੇ ਨੇ ਸਤਿਗੁਰੂ ਜੀ? ਕਹਿੰਦੇ ਇਹ ਜੋ ਸੰਸਾਰ ਨਜ਼ਰ ਆ ਰਿਹਾ ਹੈ ਨਾ, ਕਿਤੇ ਇਹ ਭੁਲੇਖਾ ਨਾ ਰਹੇ ਇਨਸਾਨ ਨੂੰ ਕਿ ਇਹ ਫਸਟ ਟਾਈਮ ਪ੍ਰਮਾਤਮਾ ਨੇ ਬਣਾਇਆ ਹੈ ਤੇ ਸਦਾ ਹੀ ਰਹੇਗਾ। ਸਤਿਗੁਰੂ ਜੀ ਕਹਿੰਦੇ ਨਹੀਂ, ਧਿਆਨ ਰੱਖੀ, ਕਈ ਵਾਰ ਪਸਰਿਓ ਪਾਸਾਰ। ਇੱਕ ਵਾਰ ਨਹੀਂ, ਕਈ ਵਾਰ ਪ੍ਰਮਾਤਮਾ ਨੇ ਇਸ ਨੂੰ ਕ੍ਰੀਏਟ ਕੀਤਾ ਹੈ, ਕਈ ਵਾਰ ਪ੍ਰਮਾਤਮਾ ਨੇ ਇਸ ਨੂੰ ਖਤਮ ਕੀਤਾ ਹੈ। ਤੇ ਜੇਕਰ ਹੁਣ ਕ੍ਰੀਏਟ ਕੀਤਾ ਹੈ ਨਾ, ਤੇ ਜਦੋਂ ਉਹਦੀ ਰਜ਼ਾ ਹੋਈ, ਜਦੋਂ ਉਹਦਾ ਹੁਕਮ ਹੋਇਆ, ਉਸਨੇ ਇੱਕ ਪਲ ਦੇ ਵਿੱਚ ਖਤਮ ਕਰ ਦੇਣਾ ਹੈ। ਜੇਕਰ ਸੁਖਮਨੀ ਸਾਹਿਬ ਦਾ ਪਾਠ ਆਪਾਂ ਰੋਜ਼ਾਨਾ ਨਹੀਂ ਕਰਦੇ ਹੋਵਾਂਗੇ ਤੇ ਮੇਰੇ ਖਿਆਲ 'ਚ ਹੈ ਕਿ ਚੌਪਈ ਸਾਹਿਬ ਦਾ ਪਾਠ ਰੋਜ਼ਾਨਾ ਹੀ ਆਪਾਂ ਕਰਦੇ ਹੋਵਾਂਗੇ ਸਾਰੇ, ਕਿਉਂਕਿ ਬਾਣੀ ਛੋਟੀ ਹੈ ਤੇ ਈਜ਼ੀ ਹੈ ਪੜ੍ਹਨ ਦੇ ਵਿੱਚ, ਤੇ ਕਈਆਂ ਨੂੰ ਤਾਂ ਜ਼ੁਬਾਨੀ ਵੀ ਮੈਮੋਰਾਈਜ਼ ਹੈ, ਸਾਰੀ ਯਾਦ ਹੈ ਜ਼ੁਬਾਨੀ ਵੀ ਕਈਆਂ ਨੂੰ। ਤੇ ਜੇ ਚੌਪਈ ਸਾਹਿਬ ਦਾ ਆਪਾਂ ਪਾਠ ਕਰਦੇ ਹਾਂ ਤੇ ਉੱਥੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੱਲ ਕਹੀ। ਪਤਾ ਕੀ ਕਹਿੰਦੇ? ਕਹਿੰਦੇ ਜਬ ਉਦ ਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇ ਅਪਾਰਾ।
ਜਦੋਂ ਪ੍ਰਮਾਤਮਾ ਦੀ ਆਪਣੀ ਰਜ਼ਾ ਹੋਈ, ਉਸ ਪ੍ਰਮਾਤਮਾ ਨੇ ਇਸ ਸੰਸਾਰ ਨੂੰ ਕ੍ਰੀਏਟ ਕਰ ਦਿੱਤਾ, ਜੀਵ ਜੰਤੂ ਪੈਦਾ ਕਰ ਦਿੱਤੇ। ਜੇ ਉਹ ਆਪਣੀ ਰਜ਼ਾ ਦੇ ਨਾਲ, ਆਪਣੇ ਹੁਕਮ ਦੇ ਨਾਲ, ਆਪਣੀ ਇੱਛਾ ਦੇ ਨਾਲ ਇਸ ਸੰਸਾਰ ਨੂੰ ਕ੍ਰੀਏਟ ਕਰ ਸਕਦਾ ਹੈ, ਤੇ ਨਾਲ ਹੀ ਸਤਿਗੁਰਾਂ ਨੇ ਕਹਿ ਦਿੱਤਾ ਕਿ ਜਬ ਉਦ ਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇ ਅਪਾਰਾ, ਜਬ ਆ ਕਰਖ ਕਰਤ ਹੋ ਕਬਹੂੰ, ਤੁਮ ਮੈਂ ਮਿਲਤ ਦੇ ਧਰ ਸਭ ਹੂੰ। ਕਹਿੰਦੇ ਮਾਲਕ ਜੀ, ਜਦੋਂ ਤੇਰੀ ਰਜ਼ਾ ਹੋਈ, ਜਦੋਂ ਤੇਰਾ ਹੁਕਮ ਹੋਇਆ, ਤੂੰ ਇਸ ਸਾਰੇ ਕ੍ਰੀਏਟ ਕੀਤੇ ਨੂੰ ਆਪਣੇ ਵਿੱਚ ਹੀ ਸਮੇਟ ਲੈਣਾ ਹੈ। ਮੀਨਸ ਇੱਕ ਪਲ ਦੇ ਵਿੱਚ ਹੀ ਤੂੰ ਸਭ ਕੁਝ ਖਤਮ ਕਰ ਦੇਣਾ ਹੈ। ਉਸ ਪਰਮਾਤਮਾ ਦੇ ਵਿੱਚ ਇੰਨੀ ਤਾਕਤ ਹੈ, ਉਹ ਇੰਨੀ ਸਮਰੱਥਾ ਦਾ ਮਾਲਕ ਹੈ ਕਿ ਇੱਕ ਆਪਣੇ ਹੁਕਮ ਦੇ ਨਾਲ ਸਭ ਕੁਝ ਬਣਾ ਸਕਦਾ ਹੈ, ਤੇ ਆਪਣੇ ਇੱਕ ਹੁਕਮ ਦੇ ਨਾਲ ਹੀ ਸਭ ਕੁਝ ਖਤਮ ਵੀ ਕਰ ਸਕਦਾ ਹੈ। ਤੇ ਸਾਧ ਸੰਗਤ, ਇਹ ਪੜ੍ਹਦੇ ਹੀ ਸਤਿਗੁਰੂ ਜੀ ਸਾਡੀਆਂ ਅੱਖਾਂ ਤੋਂ ਦੂਰ ਕਰਦੇ ਪਏ ਨੇ। ਗੁਰੂ ਨਾਨਕ ਸਾਹਿਬ ਦਾ ਇੱਕ ਹੋਰ ਬਚਨ ਸਾਂਝਾ ਕਰਾਂ। ਸਾਹਿਬ ਜੀ ਕਹਿੰਦੇ, ਦੇਖੋ, ਇਨਸਾਨ ਆਪਣੇ ਘਰ ਦੇ ਵਿੱਚ ਰਹਿੰਦਾ ਹੈ, ਤੇ ਘਰ ਦੇ ਵਿੱਚ ਰਹਿੰਦਿਆਂ ਹੋਇਆਂ ਸੋਚਦਾ ਹੈ ਕਿ ਸ਼ਾਇਦ ਮੈਂ ਸਦਾ ਹੀ ਇਸ ਦੁਨੀਆ ਦੇ ਵਿੱਚ ਰਵਾਂਗਾ, ਮੇਰਾ ਕਦੇ ਅੰਤ ਨਹੀਂ ਹੋਣਾ, ਨਾ ਮੈਂ ਇਸ ਸੰਸਾਰ ਨੂੰ ਛੱਡ ਕੇ ਜਾਵਾਂਗਾ। ਬੜਾ ਪਿਆਰਾ ਬਚਨ ਹੈ ਜੀ ਸਾਹਿਬ ਜੀ ਦਾ। ਪਾਤਸ਼ਾਹ ਜੀ ਕਹਿੰਦੇ, ਮੁਕਾਮ ਕਰ ਘਰ ਬੈਸਣਾ, ਨਿਤ ਚਲਨੇ ਕੀ ਤੋਖ। ਮੁਕਾਮ ਤਾਂ ਪਰ ਜਾਣੀਐ, ਜਾਂ ਰਹਿ ਨਹਿਚਲ ਲੋਕ। ਮੁਕਾਮ ਦਾ ਮਤਲਬ ਹੁੰਦਾ ਜੀ ਟਿਕਾਣਾ, ਜਗ੍ਹਾ, ਬੈਠਣ ਦੀ ਜਗ੍ਹਾ ਕਹਿ ਲਈਏ, ਰਹਿਣ ਦੀ ਜਗ੍ਹਾ ਕਹਿ ਲਈਏ। ਇਨਸਾਨ ਇਸ ਸੰਸਾਰ ਨੂੰ ਆਪਣਾ ਟਿਕਾਣਾ ਬਣਾ ਕੇ ਬੈਠਾ ਹੈ, ਆਪਣੇ ਘਰ ਨੂੰ ਟਿਕਾਣਾ ਬਣਾ ਕੇ ਬੈਠਾ ਹੈ। ਇਸ ਤਰ੍ਹਾਂ ਰਹਿੰਦਾ ਇਸ ਦੁਨੀਆ ਦੇ ਵਿੱਚ ਜਿਸ ਤਰ੍ਹਾਂ ਇਸ ਨੇ ਇਸ ਸੰਸਾਰ ਨੂੰ ਛੱਡਣਾ ਹੀ ਨਹੀਂ। ਮੁਕਾਮ ਤਾਂ ਪਰ ਜਾਣੀਆਂ, ਜਾਂ ਰਹਿ ਨਹਿਚਲ ਲੋਕ, ਦੁਨੀਆ ਕੈਸ ਮੁਕਾਮੈ। ਸਤਿਗੁਰੂ ਜੀ ਕਹਿੰਦੇ, ਇਸ ਦੁਨੀਆ ਦੇ ਵਿੱਚ ਕਿਸੇ ਦਾ ਕੋਈ ਪੱਕਾ ਟਿਕਾਣਾ ਥੋੜੀ ਨਾ ਹੈ। ਇੱਕ ਇਨਸਾਨ ਦੀ ਤਾਂ ਗੱਲ ਹੀ ਛੱਡੋ, ਇਸ ਪਾਵਨ ਬਚਨ ਦੇ ਜਦੋਂ ਲਾਸਟ ਤੇ ਆਪਾਂ ਜਾਵਾਂਗੇ ਨਾ, ਉੱਥੇ ਜਾ ਕੇ ਸਤਿਗੁਰੂ ਜੀ ਫਿਰ ਬੜੀ ਡਿਟੇਲ ਦੇ ਨਾਲ ਸਮਝਾਉਂਦੇ ਨੇ। ਕਹਿੰਦੇ, ਦਿਨ ਰਵ ਚੱਲੈ, ਨਿਸ ਸੱਸ ਚੱਲੈ, ਤਾਰਿਕਾ ਲੱਖ ਪਲੋਏ। ਦਿਨ ਰਵ ਚੱਲੈ, ਨਿਸ ਸੱਸ ਚੱਲੈ, ਤਾਰਿਕਾ ਲੱਖ ਪਲੋਏ। ਇਹਦਾ ਕੀ ਮਤਲਬ ਹੋਇਆ? ਹੁਣ ਪਾਤਸ਼ਾਹ ਜੀ ਕਹਿੰਦੇ, ਦਿਨ ਦਾ ਮਤਲਬ ਹੈ ਡੇ, ਰਵ ਤੇ ਸੱਸ। ਦਿਨ ਤੇ ਰਵ ਕਹਿੰਦੇ ਨੇ ਜੀ ਸੂਰਜ ਨੂੰ, ਸੱਸ ਕਹਿੰਦੇ ਨੇ ਚੰਦਰਮਾ ਨੂੰ। ਸਤਿਗੁਰੂ ਜੀ ਕਹਿੰਦੇ, ਦਿਨ ਵੀ ਇੱਕ ਦਿਨ ਖਤਮ ਹੋ ਜਾਏਗਾ, ਰਵ ਚੰਦਰਮਾ ਵੀ ਇੱਕ ਦਿਨ ਖਤਮ ਹੋ ਜਾਏਗਾ। ਨਿਸ ਦਾ ਮਤਲਬ ਹੁੰਦਾ ਹੈ ਰਾਤ, ਤੇ ਸੱਸ ਦਾ ਮਤਲਬ ਹੈ ਚੰਦਰਮਾ। ਰਾਤ ਵੀ ਇੱਕ ਦਿਨ ਖਤਮ ਹੋ ਜਾਏਗੀ, ਚੰਦਰਮਾ ਵੀ ਇੱਕ ਦਿਨ ਖਤਮ ਹੋ ਜਾਏਗਾ। ਇਸ ਤੋਂ ਅੱਗੇ ਕਹਿੰਦੇ, ਤਾਰਿਕਾ ਲੱਖ ਪਲੋਏ। ਜੋ ਅਸਮਾਨ ਦੇ ਵਿੱਚ ਸਾਨੂੰ ਲੱਖਾਂ ਹੀ ਤਾਰੇ, ਸਟਾਰਸ ਨਜ਼ਰ ਆ ਰਹੇ ਨੇ, ਸਤਿਗੁਰੂ ਜੀ ਕਹਿੰਦੇ, ਮਤ ਸੋਚਿਓ ਕਿ ਇਕੱਲਾ ਇਨਸਾਨ ਹੀ ਇਸ ਦੁਨੀਆ ਨੂੰ ਛੱਡ ਕੇ ਜਾਏਗਾ। ਜੋ ਕੁਝ ਵੀ ਪਰਮਾਤਮਾ ਨੇ ਕ੍ਰੀਏਟ ਕੀਤਾ ਹੈ, ਜੋ ਕੁਝ ਵੀ ਸਾਨੂੰ ਇਹਨਾਂ ਅੱਖਾਂ ਦੇ ਨਾਲ ਨਜ਼ਰ ਆ ਰਿਹਾ ਹੈ ਨਾ, ਸਤਿਗੁਰੂ ਜੀ ਕਹਿੰਦੇ, ਇਹ ਸਭ ਕੁਝ ਹੀ ਝੂਠ ਹੈ। ਜਗ ਰਚਨਾ ਸਭ ਝੂਠ ਹੈ। ਇਹ ਸਭ ਕੁਝ ਖਤਮ ਹੋਏਗਾ। ਦਿਨ ਵੀ ਖਤਮ ਹੋਏਗਾ, ਰਾਤ ਵੀ ਖਤਮ ਹੋਏਗੀ। ਜਿਹੜਾ ਸੂਰਜ ਸਾਨੂੰ ਪੂਰੇ ਸੰਸਾਰ ਨੂੰ ਰੌਸ਼ਨੀ ਦਿੰਦਾ ਪਿਆ ਹੈ, ਉਹ ਸੂਰਜ ਵੀ ਇੱਕ ਦਿਨ ਖਤਮ ਹੋਏਗਾ। ਜਿਸ ਚੰਦਰਮਾ ਨੂੰ ਦੇਖ ਕੇ ਅੱਖਾਂ ਨੂੰ ਸ਼ਾਂਤੀ ਮਿਲਦੀ ਹੈ, ਸੀਤਲਤਾ ਮਿਲਦੀ ਹੈ, ਸਤਿਗੁਰੂ ਜੀ ਕਹਿੰਦੇ, ਉਹ ਚੰਦਰਮਾ ਵੀ ਇੱਕ ਦਿਨ ਚਲਾ ਜਾਏਗਾ। ਰਹਿਣ ਵਾਲਾ ਇਸ ਦੁਨੀਆ ਦੇ ਵਿੱਚ ਕੇਵਲ ਇੱਕ ਹੈ, ਉਹ ਹੈ ਪਰਮਾਤਮਾ। ਦਿਨ ਰਵ ਚੱਲੈ, ਨਿਸ ਸੱਸ ਚੱਲੈ, ਤਾਰਿਕਾ ਲੱਖ ਪਲੋਏ। ਮੁਕਾਮ ਉਹੀ ਏਕ ਹੈ, ਨਾਨਕਾ ਸੱਚ ਬੁਗੋਏ। ਕਹਿੰਦੇ ਉਹੀ ਏਕ ਹੈ। ਸਦਾ ਰਹਿਣ ਵਾਲਾ ਕੌਣ ਹੈ? ਇੱਕ ਪਰਮਾਤਮਾ। ਉਸ ਤੋਂ ਇਲਾਵਾ ਜੋ ਕੁਝ ਵੀ ਸਾਨੂੰ ਨਜ਼ਰ ਆ ਰਿਹਾ ਹੈ, ਉਹ ਸਭ ਕੁਝ ਖਤਮ ਹੋਏਗਾ। ਪਰ ਇਨਸਾਨ ਦੀਆਂ ਅੱਖਾਂ ਤੇ ਪੱਟੀ ਵੱਜੀ ਪਈ ਹੈ। ਇਹ ਪੱਟੀ ਉਤਾਰੀ। ਇੱਕ ਨਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸਮੇਂ ਇੱਕ ਸਿੱਖ ਹੋਇਆ ਜੀ, ਉਹਦਾ ਨਾਂ ਇਤਿਹਾਸ ਦੇ ਵਿੱਚ ਮਿਲਦਾ ਜੀ ਦੁਨੀ ਚੰਦ। ਇੱਕ ਦੁਨੀ ਚੰਦ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਟਾਈਮ ਤੇ ਵੀ ਹੋਇਆ, ਤੇ ਇਹ ਦੁਨੀ ਚੰਦ ਜਿਹੜਾ ਨਾ, ਇਹ ਗੁਰੂ ਨਾਨਕ ਸਾਹਿਬ ਜੀ ਦੇ ਟਾਈਮ ਤੇ ਹੋਇਆ। ਤੇ ਜਦੋਂ ਸਤਿਗੁਰੂ ਜੀ ਇਹਦੇ ਨਾਲ ਮਿਲਦੇ ਨੇ, ਇਹਦੇ ਨਾਲ ਮਿਲਾਪ ਹੋਇਆ ਨਾ, ਤੇ ਇਹ ਰਿਵਾਜ ਸੀ ਜੀ ਇੱਕ ਉਸ ਸਮੇਂ ਕਿ ਜਿਸ ਦੇ ਕੋਲ ਜਿੰਨੀ ਦੌਲਤ ਹੈ, ਜਿੰਨਾ ਪੈਸਾ ਹੈ, ਉਹਦੇ ਅਕੋਰਡਿੰਗਲੀ ਉਹ ਆਪਣੇ ਘਰ ਦੀ ਛੱਤ ਦੇ ਉੱਤੇ ਝੰਡੇ ਲਗਾਉਂਦਾ ਹੁੰਦਾ ਸੀ, ਫਲੈਗ। ਜੇ ਕਿਸੇ ਕੋਲ 1 ਲੱਖ, ਉਸ ਟਾਈਮ ਗੁਰੂ ਨਾਨਕ ਸਾਹਿਬ ਦਾ ਸਮਾਂ, ਜੇਕਰ ਕਿਸੇ ਕੋਲ 1 ਲੱਖ ਰੁਪਈਆ ਹੈ, ਤੇ ਉਹ ਆਪਣੇ ਘਰ ਦੀ ਛੱਤ ਦੇ ਉੱਤੇ ਇੱਕ ਝੰਡਾ ਲਗਾਏਗਾ।
ਜੇ ਕਿਸੇ ਕੋਲ 2 ਲੱਖ ਹੈ ਤੇ ਉਹ 2 ਝੰਡੇ ਲਗਾਏਗਾ। ਤੇ ਜਦੋਂ ਸਤਿਗੁਰੂ ਜੀ ਇਹਦੇ ਨਾਲ ਮਿਲਦੇ ਨੇ, ਇਸ ਦੁਨੀ ਚੰਦ ਦੇ ਘਰ ਦੇ ਉੱਤੇ 7 ਝੰਡੇ 7 ਫਲੈਗਸ ਝੁਲਦੇ ਪਏ ਸੀ। ਤੇ ਸਤਿਗੁਰਾਂ ਨੇ ਦੇਖਿਆ ਕਿ ਮਾਇਆ ਦਾ ਬੜਾ ਪਸਾਰਾ, ਤੇ ਹੁਣ ਸਾਹਿਬ ਜੀ ਨੇ ਇਹਦੀਆਂ ਅੱਖਾਂ ਤੋਂ ਪੱਟੀ ਉਤਾਰਨੀ ਹੈ, ਮਾਇਆ ਦੀ, ਇਸ ਸੰਸਾਰ ਦੀ ਪੱਟੀ ਉਤਾਰਨੀ ਹੈ ਕਿ ਇਹ ਕਿਤੇ ਭੁਲੇਖੇ 'ਚ ਰਹਿ ਕੇ ਆਪਣੀ ਜ਼ਿੰਦਗੀ ਨੂੰ ਵੇਸਟ ਨਾ ਗਵਾ ਜਾਏ। ਇੱਕ ਸੂਈ ਦਿੱਤੀ ਜੀ ਇਸ ਦੁਨੀ ਚੰਦ ਨੂੰ ਸਤਿਗੁਰਾਂ ਨੇ, ਕਹਿੰਦੇ ਭਲਿਆ ਮੈਂ ਤੇਰੇ ਕੋਲ ਅਗਲੇ ਜਹਾਨ ਦੇ ਵਿੱਚ ਲੈ ਲਵਾਂਗਾ, ਇਸ ਸੰਸਾਰ ਤੋਂ ਬਾਅਦ। ਲੈ ਗਿਆ ਘਰ, ਤੇ ਘਰ ਜਾ ਕੇ ਕਿਸੇ ਵਿਦਵਾਨ ਨੇ ਸੋਚਿਆ ਕਿ ਲਿਖਿਆ ਕਿ ਇਹਨੇ ਆਪ ਹੀ ਬਾਅਦ 'ਚ ਡੀਪਲੀ ਸੋਚਿਆ। ਕਿਸੇ ਨੇ ਕਿਹਾ ਕਿ ਇਹਦੀ ਘਰ ਵਾਲੀ ਨੇ ਕਿਹਾ ਕਿ ਨਾਲ ਤਾਂ ਕੁਝ ਜਾਣ ਵਾਲਾ ਨਹੀਂ, ਤੇ ਇਹ ਸੂਈ ਕਿਵੇਂ ਪਹੁੰਚੇਗੀ। ਵਾਪਸ ਆਉਂਦਾ ਹੈ ਗੁਰੂ ਨਾਨਕ ਸਾਹਿਬ ਦੇ ਕੋਲ, ਤਾਂ ਆਣ ਕੇ ਸੂਈ ਵਾਪਸ ਕਰਦਾ ਹੈ, ਕਹਿੰਦਾ ਬਾਬਾ ਨਾਲ ਤੇ ਜਾਣਾ ਹੀ ਕੁਝ ਨਹੀਂ। ਤੇ ਸਤਿਗੁਰੂ ਜੀ ਕਹਿੰਦੇ ਜੇ ਇਹ ਛੋਟੀ ਜੀ ਇੱਕ ਸੂਈ ਨਹੀਂ ਜਾ ਸਕਦੀ, ਤੇ ਜਿਹੜਾ ਤੂੰ ਇੰਨਾ ਪਸਾਰਾ ਪਸਾਰ ਕੇ ਬੈਠਾ, ਇੰਨਾ ਵਿਖਾਵਾ ਕਰਦਾ ਪਿਆ ਹੈ, ਕਿ ਇਹਦੇ ਵਿੱਚੋਂ ਤੇਰੇ ਨਾਲ ਜਾਣ ਵਾਲਾ ਕੁਝ ਹੈ। ਉਹ ਜਿਹੜੀ ਪੱਟੀ ਵੱਜੀ ਪਈ ਸੀ ਨਾ ਅੱਖਾਂ ਦੇ ਉੱਤੇ, ਉਹ ਉਤਰੀ। ਤੇ ਜਿਸ ਮਾਇਆ ਦਾ ਵਿਖਾਵਾ ਕਰਨ ਵਾਸਤੇ ਉੱਤੇ ਝੰਡੇ ਲਗਾਏ ਪਏ ਸੀ ਨਾ, ਕਹਿੰਦੇ ਨੇ ਉਹ ਸਾਰੇ ਝੰਡੇ ਉਤਾਰਤੇ। ਤੇ ਹੁਣ ਉਹ ਦੁਨੀ ਚੰਦ ਜਿਹੜਾ ਹੈ ਨਾ, ਉਸ ਮਾਇਆ ਦੇ ਨਾਲ, ਉਸ ਦੌਲਤ ਦੇ ਨਾਲ ਲੰਗਰ ਲਗਾਉਂਦਾ ਪਿਆ ਤੇ ਲੋੜਵੰਦਾਂ ਦੀਆਂ ਲੋੜਾਂ ਪੂਰੀਆਂ ਕਰਦਾ ਪਿਆ। ਹੁਣ ਪਤਾ ਲੱਗ ਗਿਆ ਨਾ ਕਿ ਇਸ ਸੰਸਾਰ ਦੇ ਵਿੱਚ ਰਹਿਣ ਵਾਲਾ ਕੁਝ ਨਹੀਂ। ਜੇ ਮੈਂ ਚਲਾ ਜਾਣਾ ਹੈ ਤੇ ਇਹ ਦੌਲਤ ਵੀ ਮੇਰੇ ਸਾਥ ਨਹੀਂ ਜਾਣੀ, ਇਹ ਇੱਥੇ ਦੀ ਇੱਥੇ ਰਹਿ ਜਾਣੀ ਹੈ। ਸਤਿਗੁਰਾਂ ਨੇ ਤਾਂ ਇੱਥੋਂ ਤੱਕ ਕਿਹਾ, ਕਹਿੰਦੇ ਕਿਛ ਖਾਜੈ ਕਿਛ ਧਰ ਜਾਈਐ, ਜੇ ਬਹੁੜ ਦੁਨੀਆ ਆਈ ਹੈ। ਕਹਿੰਦੇ ਜਿਹੜੇ ਤੂੰ ਮਾਇਆ ਦੇ ਅੰਬਾਰ ਇਕੱਠੇ ਕਰਦਾ ਪਿਆ, ਦੌਲਤ ਇਕੱਠੀ ਕਰਦਾ ਪਿਆ, ਜ਼ਮੀਨ ਜਾਇਦਾਦ ਇਕੱਠੀ ਕਰਦਾ ਪਿਆ ਹੈ, ਇਹ ਇਕੱਠੀ ਕਰਨ ਦਾ ਤੇ ਫਾਇਦਾ ਤਾਂ ਹੈ ਨਾ ਜੇਕਰ ਨਾਲ ਜਾਣੀ ਹੋਵੇ। ਨਾਲ ਜਾਣੀ ਨਹੀਂ, ਇੱਕ ਗੱਲ। ਦੂਜੀ ਗੱਲ ਇਹ ਕਹਿੰਦੇ ਚਲੋ ਜੇ ਨਾਲ ਨਹੀਂ ਜਾਣੀ, ਫਿਰ ਇਨਸਾਨ ਇਕੱਠੀ ਕਰਕੇ ਇਸ ਕਰਕੇ ਰੱਖੇ ਕਿ ਜੇਕਰ ਇੱਕ ਵਾਰ ਸਪੋਜ਼ ਕਰ ਲਓ ਇਸ ਜੀਵਨ ਦੇ ਵਿੱਚ ਮੈਂ ਮਾਇਆ ਇਕੱਠੀ ਕਰਕੇ ਰੱਖਦਾ, ਮੇਰੀ ਮੌਤ ਹੋ ਜਾਂਦੀ ਹੈ, ਮੌਤ ਹੋ ਜਾਂਦੀ, ਮੈਂ ਇਕੱਠੀ ਕਰਕੇ ਆਪਣੀ ਮਾਇਆ ਸੇਫ ਦੇ ਵਿੱਚ ਰੱਖ ਕੇ ਦੁਨੀਆ ਤੋਂ ਚਲਾ ਗਿਆ। ਹੁਣ ਜੇਕਰ ਤਾਂ ਦੁਬਾਰਾ ਮੈਂ ਇਸ ਦੁਨੀਆ ਦੇ ਵਿੱਚ ਆਣ ਕੇ ਪਹਿਲੇ ਜਨਮ 'ਚ ਇਕੱਠੀ ਕੀਤੀ ਹੋਈ ਮਾਇਆ ਨੂੰ ਯੂਜ਼ ਕਰਨਾ ਹੋਵੇ, ਫਿਰ ਤੇ ਸਤਿਗੁਰੂ ਜੀ ਕਹਿੰਦੇ ਕੋਈ ਲੌਜਿਕ ਬਣਦਾ ਹੈ, ਫਿਰ ਤੇ ਤੂੰ ਇਕੱਠੀ ਕਰਕੇ ਰੱਖ। ਪਰ ਜਦੋਂ ਦੁਬਾਰਾ ਤੂੰ ਇਸ ਦੁਨੀਆ ਦੇ ਵਿੱਚ ਆਣ ਕੇ ਉਸ ਨੂੰ ਯੂਜ਼ ਹੀ ਨਹੀਂ ਕਰਨਾ, ਫਿਰ ਪਾਤਸ਼ਾਹ ਜੀ ਕਹਿੰਦੇ ਇਹਨੂੰ ਇਕੱਠੀ ਕਰਨ ਦਾ ਕੀ ਫਾਇਦਾ। ਕਿਛ ਖਾਜੈ ਦਾ ਮਤਲਬ ਹੈ ਕੁਝ ਖਾ ਲੈਣੀ, ਕੁਝ ਯੂਜ਼ ਕਰ ਲੈਣੀ। ਕਿਛ ਧਰ ਜਾਈਏ ਦਾ ਮਤਲਬ ਹੈ ਪਿੱਛੇ ਛੱਡ ਕੇ ਚਲੀ ਜਾਣੀ, ਕਿ ਚਲੋ ਮੈਂ ਬਾਅਦ 'ਚ ਜਦੋਂ ਵਾਪਸ ਆਵਾਂਗਾ ਉਦੋਂ ਆਣ ਕੇ ਖਾ ਲਵਾਂਗਾ। ਜਾਂ ਹੁੰਦਾ ਹੈ ਨਾ ਜੀ ਘਰ ਦੇ ਵਿੱਚ, ਜਦੋਂ ਥੋੜ੍ਹੀ ਜਿਹੀ ਬੰਦੇ ਨੂੰ ਛੇਤੀ ਹੁੰਦੀ ਹੈ, ਕੰਮ 'ਤੇ ਜਾਣਾ ਹੁੰਦਾ ਹੈ, ਤੇ ਬ੍ਰੇਕਫਾਸਟ ਤਿਆਰ ਹੁੰਦਾ ਹੈ, ਤੇ ਘਰ ਦੀ ਘਰ ਵਾਲੀ ਪਤਨੀ ਜਾਂ ਮਾਂ ਕਹਿੰਦੀ ਹੈ ਕਿ ਪੁੱਤਰਾ ਤੂੰ ਰੋਟੀ ਤੇ ਖਾ ਜਾ, ਉਹ ਛੇਤੀ ਅੱਧੀ ਕੁ ਖਾਂਦਾ ਹੈ ਤੇ ਬਾਕੀ ਕਹਿੰਦਾ ਮੈਂ ਆਣ ਕੇ ਖਾਵਾਂਗਾ। ਬਿਲਕੁਲ ਇਸੇ ਤਰ੍ਹਾਂ ਹੀ ਕੁਛ ਤੇ ਯੂਜ਼ ਕਰ ਲਈ, ਪਰ ਬਾਕੀ ਸਤਿਗੁਰੂ ਜੀ ਕਹਿੰਦੇ ਰੱਖ ਤਾਂ ਜੇਕਰ ਦੁਬਾਰਾ ਦੁਨੀਆ ਦੇ ਵਿੱਚ ਆਣ ਕੇ ਯੂਜ਼ ਕਰਨਾ ਹੋਵੇ, ਆਉਣਾ ਹੀ ਦੁਬਾਰਾ ਨਹੀਂ। ਸੇਮ ਜੀਵਨ ਦੇ ਵਿੱਚ, ਸੇਮ ਲਾਈਫ ਦੇ ਵਿੱਚ, ਸੇਮ ਘਰ ਦੇ ਵਿੱਚ, ਪਤਾ ਨਹੀਂ ਪਰਮਾਤਮਾ ਨੇ ਕਿੱਥੇ ਭੇਜ ਦੇਣਾ, ਕਿਸ ਜੂਨੀ ਦੇ ਵਿੱਚ ਭੇਜ ਦੇਣਾ, ਇਹ ਕਿਸੇ ਨੂੰ ਨਹੀਂ ਪਤਾ। ਇਸੇ ਕਰਕੇ ਹੀ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਸਾਨੂੰ ਸਮਝਾ ਰਹੇ ਨੇ, ਕਹਿੰਦੇ ਜਗ ਰਚਨਾ ਸਭ ਝੂਠ ਹੈ, ਜਾਣ ਲਿਹੋ ਰੇ ਮੀਤ, ਕਹਿ ਨਾਨਕ ਥਿਰ ਨਾ ਰਹਿ, ਜਿਉਂ ਬਾਲੂ ਕੀ ਪੀਤ। ਇਹ ਸਭ ਕੁਝ ਨਾਸ਼ਵਾਨ ਹੈ। ਤੇ ਖਿਆਲ ਕਰਿਓ ਸਾਧ ਸੰਗਤ ਇਸ ਨੂੰ ਨੈਗੇਟਿਵ ਨਾ ਲੈ ਜਾਇਓ, ਨਿਰਾਸ਼ ਨਹੀਂ ਹੋ ਜਾਣਾ ਜੀ ਰਹਿਣਾ ਹੀ ਕੁਝ ਨਹੀਂ, ਛੱਡੋ ਪਰਾਂ ਕਰਨਾ ਕੀ ਹੈ। ਨਹੀਂ, ਸਤਿਗੁਰੂ ਜੀ ਕਹਿੰਦੇ ਦੁਨੀਆ ਖਤਮ ਹੋਣੀ ਹੈ, ਪਰ ਇਸ ਦੁਨੀਆ ਦੇ ਨਾਲ ਤੂੰ ਮੋਹ ਨਾ ਪਾ ਕੇ ਬਹਿ, ਤੂੰ ਪਦਾਰਥਾਂ ਦੇ ਨਾਲ, ਮਾਇਆ ਦੇ ਨਾਲ ਮੋਹ ਨਾ ਪਾ ਕੇ ਬਹਿ, ਮੋਹ ਪਾ ਉਸ ਪ੍ਰਮਾਤਮਾ ਦੇ ਨਾਲ, ਅਟੈਚ ਹੋ ਉਸ ਪ੍ਰਮਾਤਮਾ ਦੇ ਨਾਲ। ਕਿਉਂਕਿ ਇਸ ਦੁਨੀਆ ਦੇ ਵਿੱਚ ਆਇਆ ਹੀ ਤੂੰ ਇਸ ਕਰਕੇ ਹੈ ਤਾਂ ਕਿ ਤੂੰ ਆਪਣੇ ਜੀਵਨ ਨੂੰ ਸਫਲ ਬਣਾ ਸਕੇ, ਆਪਣੀ ਮੰਜ਼ਿਲ ਤੱਕ ਪਹੁੰਚ ਸਕੇ, ਉਸ ਰੱਬ ਨਾਲ ਜਿਹਦੇ ਨਾਲ ਉਹ ਵਿਛੜਿਆ ਹੋਇਆ ਹੈ ਉਹਦੇ ਨਾਲ ਤੇਰਾ ਮਿਲਾਪ ਹੋ ਸਕੇ। ਇਹੀ ਪਰਪਸ ਹੈ ਇਸ ਜੀਵਨ ਦਾ। ਤੇ ਇਸ ਪਰਪਸ ਨੂੰ ਵਾਰ-ਵਾਰ ਸਤਿਗੁਰੂ ਜੀ ਰਿਮਾਈਂਡ ਕਰਾਉਂਦੇ ਪਏ ਨੇ ਬਾਣੀ ਦੇ ਥਰੂ ਸਾਨੂੰ, ਕਦੇ ਕਿਸੇ ਤਰ੍ਹਾਂ ਐਗਜ਼ਾਮਪਲਸ ਦੇ ਕੇ ਵਾਰ-ਵਾਰ ਸਾਨੂੰ ਸਮਝਾਉਂਦੇ ਪਏ ਨੇ ਕਿ ਭਲਿਆ ਆਇਆ ਤੂੰ ਕਿਸੇ ਹੋਰ ਕੰਮ ਵਾਸਤੇ ਹੈ ਤੇ ਕਰਦਾ ਤੂੰ ਕੁਝ ਹੋਰ ਪਿਆ ਹੈ, ਤੇ ਚਾਹੀਦਾ ਤੈਨੂੰ ਕੀ ਹੈ ਕਿ ਉਹ ਕਰ ਜਿਸ ਵਾਸਤੇ ਆਇਆ ਹੈ। ਆਪਣੀਆਂ ਅੱਖਾਂ ਤੋਂ ਇਸ ਸੰਸਾਰ ਦੀ ਪੱਟੀ ਉਤਾਰ, ਇਹ ਭੁਲੇਖੇ ਨੂੰ ਦੂਰ ਕਰ ਕਿ ਇਹ ਸੰਸਾਰ ਸਦਾ ਰਹਿਣ ਵਾਲਾ ਹੈ ਜਾਂ ਤੂੰ ਸਦਾ ਰਹਿਣ ਵਾਲਾ ਹੈ। ਸਭ ਕੁਝ ਇੱਕ ਦਿਨ ਖਤਮ ਹੋਏਗਾ, ਤੇ ਐਸਾ ਸਮਾਂ ਆਉਣ ਤੋਂ ਪਹਿਲਾਂ, ਤੇਰਾ ਜੀਵਨ ਖਤਮ ਹੋਣ ਤੋਂ ਪਹਿਲਾਂ, ਤੂੰ ਉਸ ਰੱਬ ਦੀ, ਵਾਹਿਗੁਰੂ ਦੀ ਯਾਦ ਵਿੱਚ ਜੁੜ ਕੇ ਇਹਨੂੰ ਸਫਲ ਬਣਾ ਲਾ।
ਤੇ ਜਿਹੜਾ ਜੁੜ ਜਾਂਦਾ ਇਹਨਾਂ ਸਾਧ ਸੰਗਤ, ਫਿਰ ਉਸ ਨੂੰ ਅਸਲੀਅਤ ਦਾ ਪਤਾ ਲੱਗਦਾ ਹੈ। ਫਿਰ ਉਹ ਸੰਸਾਰ ਦੇ ਨਾਲ ਇੰਨਾ ਅਟੈਚ ਨਹੀਂ ਹੁੰਦਾ, ਉਹ ਇਸ ਨੂੰ ਨਾਸ਼ਵਾਨੀ ਸਮਝਦਾ ਹੈ। ਕਈ ਐਗਜ਼ਾਮਪਲਸ ਤੁਹਾਨੂੰ ਹਿਸਟਰੀ ਦੇ ਵਿੱਚੋਂ ਮਿਲਣਗੀਆਂ। ਭਾਈ ਭਿਖਾਰੀ ਦੀ ਐਗਜ਼ਾਮਪਲ ਤੁਹਾਡੇ ਸਾਹਮਣੇ ਹੈ। ਉਹ ਨਾਸ਼ਵਾਨ ਸਮਝਦੇ ਨੇ ਦੁਨੀਆ ਨੂੰ, ਇੱਕ ਰੱਬ ਦੀ ਯਾਦ ਵਿੱਚ ਜੁੜੇ ਰਹਿੰਦੇ ਨੇ। ਗੁਰੂ ਕਿਰਪਾ ਕਰੇ ਜੋ ਗੱਲ, ਜੋ ਉਪਦੇਸ਼ ਗੁਰੂ ਤੇਗ ਬਹਾਦਰ ਮਹਾਰਾਜ ਜੀ ਇਸ ਸ਼ਲੋਕ ਦੇ ਥਰੂ ਸਾਨੂੰ ਸਮਝਾ ਰਹੇ ਨੇ, ਕਿਤੇ ਉਹ ਸਾਡੇ ਹਿਰਦੇ 'ਚ ਵਸ ਜਾਏ। ਇਸ ਸੰਸਾਰ ਨੂੰ ਨਾਸ਼ਵਾਨ ਸਮਝ ਕੇ ਰੱਬ ਦੀ ਯਾਦ ਵਿੱਚ ਜੁੜ ਕੇ ਆਪਣੇ ਜੀਵਨ ਨੂੰ ਸਫਲ ਬਣਾ ਸਕੀਏ ਜੀ। ਸਤਿਗੁਰੂ ਜੀ ਸਭਨਾਂ ਦੇ ਉੱਤੇ ਰਹਿਮਤ ਕਰਨ, ਹੋਈਆਂ ਭੁੱਲਾਂ ਦੀ ਖਿਮਾ ਗੁਰੂ ਅਤੇ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।